ਅੱਜ ਜਿੱਥੇ ਦੁਨੀਆ ਭਰ ਵਿੱਚ ਚਾਈਨਾ, ਯੂਕੇ, ਨੇਪਾਲ, ਪਾਕਿਸਤਾਨ ਅਤੇ USA ਵਰਗੀਆਂ ਕੰਟਰੀਜ਼ ਵਿੱਚ ਰਿਸੈਸ਼ਨ ਦਾ ਡਰ ਹੈ, ਉਹੀ ਦੂਜੇ ਪਾਸੇ ਇੰਡੀਆ ਵਿੱਚ ਲੋਕ ਨਜ਼ਾਰੇ ਲੈ ਰਹੇ ਹਨ। ਪਰ ਇਦਾਂ ਕਿਉਂ ਹੋ ਰਿਹਾ ਹੈ? ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਅਤੇ ਤੁਹਾਨੂੰ ਚੰਗਾ ਵੀ ਮਹਿਸੂਸ ਹੋਵੇਗਾ। ਰਿਸੈਸ਼ਨ ਪ੍ਰੋਬੈਬਿਲਿਟੀ ਵਰਲਡ ਵਾਈਡ 2023 ਦੇ ਡੇਟਾ ਦੇ ਅਕੋਰਡਿੰਗ ਇੰਡੀਆ ਵਿੱਚ ਇਸ ਸਾਲ ਰਿਸੈਸ਼ਨ ਦੀ 0% ਪ੍ਰੋਬੈਬਿਲਿਟੀ ਹੈ। ਪਰ ਦੂਜੇ ਪਾਸੇ UK ਅਤੇ USA ਵਿੱਚ ਰਿਸੈਸ਼ਨ ਯਾਨੀ ਆਰਥਿਕ ਮੰਦੀ ਆਉਣ ਦੇ ਚਾਂਸ 60-70% ਹਨ। ਅੱਜ ਇੰਡੀਆ ਦੀ ਰੀਅਲ GDP ਗਰੋਥ 7.8% ਹੈ। ਉੱਥੇ USA ਵਿੱਚ ਸਿਰਫ 2.1% ਹੀ ਹੈ। ਇਸੇ ਲਈ ਹੀ ਇੰਟਰਨੈਸ਼ਨਲ ਮੋਨੀਟਰੀ ਫੰਡ, ਵਰਲਡ ਬੈਂਕ, ਸੈਂਟਰ ਫਾਰ ਇਕੋਨੋਮਿਕਸ ਐਂਡ ਬਿਜ਼ਨਸ ਰਿਸਰਚ ਅਤੇ ਵਰਲਡ ਇਕੋਨੋਮਿਕ ਲੀਗ ਟੇਬਲ ਵਰਗੀਆਂ ਵੱਡੀਆਂ ਆਰਗੇਨਾਈਜੇਸ਼ਨਸ ਪੂਰੀ ਦੁਨੀਆ ਨੂੰ ਚੇਤਾਵਨੀ ਦੇ ਰਹੀਆਂ ਹਨ। ਇਹ ਚੇਤਾਵਨੀ ਹੈ ਆਉਣ ਵਾਲੇ ਆਰਥਿਕ ਸੰਕਟ ਦੀ। ਇਹ ਚੇਤਾਵਨੀ ਹੈ ਬਹੁਤ ਵੱਡੇ ਰਿਸੈਸ਼ਨ ਦੀ। ਇਨਵੈਸਟਮੈਂਟ ਵਰਲਡ ਵਿੱਚ ਇੱਕ ਕਾਮਨ ਫਰੇਜ਼ ਹੈ, ਮਿਲੀਅਨਰੀਜ਼ ਆਰ ਮੇਡ ਡਿਊਰਿੰਗ ਰਿਸੈਸ਼ਨ, ਜੋ ਕਿ ਬਿਲਕੁਲ ਸੱਚ ਹੈ। ਤੁਸੀਂ ਯਕੀਨ ਨਹੀਂ ਕਰੋਗੇ ਕਿ ਸਾਰੇ ਬਿਲੀਅਨਰੀਜ਼ ਇਸੇ ਰਿਸੈਸ਼ਨ ਦਾ ਹੀ ਇੰਤਜ਼ਾਰ ਕਰ ਰਹੇ ਸਨ ਤਾਂ ਕਿ ਉਹ ਮੌਕੇ ਦਾ ਫਾਇਦਾ ਉਠਾ ਕੇ ਆਪਣੀ ਵੈਲਥ ਮਲਟੀਪਲਾਈ ਕਰ ਸਕਣ। ਜੇ ਤੁਹਾਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਤਾਂ ਆਹ ਵੇਖੋ। KPMG ਦੁਨੀਆ ਦੀ ਲੀਡਿੰਗ ਰਿਸਰਚ ਅਤੇ ਕੰਸਲਟੈਂਸੀ ਫਰਮ ਹੈ, ਜਿਸ ਨੇ ਦੁਨੀਆ ਦੀ ਲੀਡਿੰਗ ਕੰਪਨੀਜ਼ ਦੇ 400 CEOs ਦਾ ਸਰਵੇ ਕੀਤਾ, ਜਿਸ ਵਿੱਚ 91% CEO ਨੂੰ ਲੱਗਦਾ ਹੈ ਕਿ ਅਗਲੇ 12 ਮਹੀਨੇ ਵਿੱਚ ਬਹੁਤ ਵੱਡਾ ਰਿਸੈਸ਼ਨ ਆਉਣ ਵਾਲਾ ਹੈ ਅਤੇ ਇਹ ਸਾਰੇ CEOs ਇਸ ਰਿਸੈਸ਼ਨ ਨੂੰ ਇੱਕ ਬਹੁਤ ਵੱਡੀ ਓਪਰਚੁਨਿਟੀ ਦੀ ਤਰ੍ਹਾਂ ਇਸਤੇਮਾਲ ਕਰਨ ਵਾਲੇ ਹਨ। ਜਿਹੜੇ ਲੋਕ ਫਾਈਨੈਂਸ ਦੀ ਦੁਨੀਆ ਵਿੱਚ ਨਵੇਂ ਹਨ, ਉਹ ਜਾਣ ਲੈਣ ਕਿ ਰਿਸੈਸ਼ਨ ਕੀ ਹੁੰਦਾ ਹੈ। ਆਸਾਨ ਭਾਸ਼ਾ ਵਿੱਚ ਰਿਸੈਸ਼ਨ ਦਾ ਮਤਲਬ ਕੰਟੀਨਿਊਸ ਡਾਊਨਫਾਲ ਇਨ ਕੰਟਰੀਜ਼ ਇਕੋਨੋਮਿਕ ਪਰਫਾਰਮੈਂਸ। ਕਿਸੇ ਵੀ ਕੰਟਰੀ ਦੀ ਇਕੋਨੋਮਿਕ ਪਰਫਾਰਮੈਂਸ ਨੂੰ ਮੈਜ਼ਰ ਕਰਨ ਦਾ ਸਹੀ ਤਰੀਕਾ ਹੁੰਦਾ ਹੈ GDP ਯਾਨੀ ਗ੍ਰੋਸ ਡੋਮੈਸਟਿਕ ਪ੍ਰੋਡਕਟ। ਇਸ ਨੂੰ ਸਿੰਪਲ ਵਰਡਸ ਵਿੱਚ ਸਮਝੀਏ ਤਾਂ ਮਤਲਬ ਇੱਕ ਕੰਟਰੀ ਕਿੰਨੀ ਵੈਲਿਊ ਦੇ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕਰਦੀ ਹੈ, ਇਸੇ ਨੂੰ ਹੀ GDP ਕਿਹਾ ਜਾਂਦਾ ਹੈ ਅਤੇ ਇਸੇ GDP ਦੇ ਡਾਊਨਫਾਲ ਨੂੰ ਰਿਸੈਸ਼ਨ ਕਿਹਾ ਜਾਂਦਾ ਹੈ। ਅੱਗੇ ਤੁਸੀਂ ਜਾਣੋਗੇ ਕਿ ਤੁਸੀਂ ਇਸ ਰਿਸੈਸ਼ਨ ਨੂੰ ਕਿਸ ਤਰ੍ਹਾਂ ਪੈਸੇ ਕਮਾਉਣ ਲਈ ਯੂਜ਼ ਕਰ ਸਕਦੇ ਹੋ। ਪਰ ਅੱਗੇ ਵਧਣ ਤੋਂ ਪਹਿਲਾਂ ਰਿਸੈਸ਼ਨ ਨੂੰ ਇੱਕ ਫੰਡਾਮੈਂਟਲ ਲੈਵਲ ਤੇ ਸਮਝਣਾ ਪਵੇਗਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ। ਜਿਸ ਲਈ ਇੱਕ ਐਗਜ਼ਾਮਪਲ ਦੇਖਦੇ ਹਾਂ। ਮੰਨ ਲਓ ਇੱਕ ਕੱਪੜੇ ਦੀ ਦੁਕਾਨ ਵਿੱਚ 200 ਕੱਪੜੇ ਨੇ ਅਤੇ ਹਰ ਕੱਪੜੇ ਦੀ ਕੀਮਤ 500 ਰੁਪਏ ਹੈ, ਤਾਂ ਇਸ ਦੁਕਾਨ ਦੇ ਟੋਟਲ ਪ੍ਰੋਡਕਟਸ ਦੀ ਵੈਲਿਊ ਹੋ ਜਾਂਦੀ ਹੈ 1 ਲੱਖ ਰੁਪਏ। ਬਸ ਜੇ ਇਸੇ ਚੀਜ਼ ਨੂੰ ਪੂਰੇ ਦੇਸ਼ ਦੇ ਕੰਟੈਕਸਟ ਵਿੱਚ ਸਮਝੀਏ ਤਾਂ ਜਿੰਨੇ ਵੀ ਗੁੱਡਸ ਐਂਡ ਸਰਵਿਸਿਜ਼ ਪੂਰੇ ਇੰਡੀਆ ਵਿੱਚ ਮੌਜੂਦ ਹਨ, ਉਹਨਾਂ ਸਾਰਿਆਂ ਦੀ ਵੈਲਿਊ ਨੂੰ ਮਿਲਾ ਕੇ ਇੰਡੀਆ ਦੀ GDP ਬਣ ਜਾਂਦੀ ਹੈ। ਹੁਣ ਮੰਨ ਲਓ ਕਿ ਕਿਸੇ ਕਾਰਨ ਇਹਨਾਂ ਕੱਪੜਿਆਂ ਦੀ ਕੀਮਤ ਘਟ ਕੇ 400 ਰੁਪਏ ਹੋ ਜਾਂਦੀ ਹੈ, ਤਾਂ ਪੂਰੇ 200 ਕੱਪੜੇ ਮਿਲਾ ਕੇ ਵੈਲਿਊ ਹੋ ਜਾਵੇਗੀ 80,000 ਰੁਪਏ। ਮਤਲਬ ਕੱਪੜੇ ਦੀ ਦੁਕਾਨ ਦੀ ਨਵੀਂ GDP ਹੋ ਗਈ 80,000 ਰੁਪਏ। ਜੇਕਰ ਇਦਾਂ ਦਾ ਡਾਊਨਫਾਲ ਅਗਲੇ 3 ਮਹੀਨੇ ਤੱਕ ਇਸੇ ਤਰ੍ਹਾਂ ਕੰਟੀਨਿਊ ਰਹੇਗਾ ਤਾਂ ਤੁਸੀਂ ਕਹਿ ਸਕਦੇ ਹੋ ਦੁਕਾਨ ਰਿਸੈਸ਼ਨ ਵਿੱਚ ਚਲੀ ਗਈ ਹੈ। ਇਸੇ ਚੀਜ਼ ਨੂੰ ਕੰਟਰੀ ਦੇ ਪੁਆਇੰਟ ਆਫ ਵਿਊ ਨਾਲ ਵੇਖੀਏ ਤਾਂ ਜੇ ਇੰਡੀਆ ਦੀ GDP ਗਰੋਥ ਲਗਾਤਾਰ 6 ਮਹੀਨੇ 3% ਤੋਂ ਘੱਟ ਹੈ ਤਾਂ ਇੰਡੀਆ ਨੂੰ ਰਿਸੈਸ਼ਨ ਵਿੱਚ ਕੰਸੀਡਰ ਕੀਤਾ ਜਾਵੇਗਾ। ਜੇ ਇਹੀ ਪ੍ਰੋਸੈਸ ਬਾਕੀ ਦੇਸ਼ਾਂ ਵਿੱਚ ਵੀ ਚੱਲੇਗਾ ਤਾਂ ਇਸ ਨੂੰ ਗਲੋਬਲ ਰਿਸੈਸ਼ਨ ਕਿਹਾ ਜਾਵੇਗਾ। ਪਰ ਇੰਟਰਸਟਿੰਗਲੀ ਇਹ ਰਿਸੈਸ਼ਨ ਪਹਿਲਾਂ ਹੀ 2023 ਵਿੱਚ ਸ਼ੁਰੂ ਹੋ ਗਿਆ ਹੈ, ਜੋ 2024 ਦੇ ਐਂਡ ਤੱਕ ਚੱਲੇਗਾ। ਇਹ ਖੁਦ IMF ਨੇ ਪ੍ਰੈਡਿਕਟ ਕੀਤਾ ਹੈ ਕਿ ਉਦੋਂ ਤੱਕ ਦੁਨੀਆ ਦੇ 1/3 ਇਕਨੋਮੀਜ਼ ਰਿਸੈਸ਼ਨ ਵਿੱਚ ਜਾ ਚੁੱਕੇ ਹੋਣਗੇ। ਪਰ ਇੰਡੀਆ ਇੱਕ ਅਜਿਹੀ ਕੰਟਰੀ ਹੈ ਜੋ ਇਸ ਰਿਸੈਸ਼ਨ ਤੋਂ ਅਨਅਫੈਕਟਡ ਹੈ ਅਤੇ ਤੁਸੀਂ ਇਸ ਓਪਰਚੁਨਿਟੀ ਦਾ ਗੰਨਾ ਚੂਸ ਕੇ ਫਾਇਦਾ ਲੈ ਸਕਦੇ ਹੋ ਜੇ ਤੁਹਾਨੂੰ ਪਤਾ ਹੋਵੇ ਕਿ ਹੁਣ ਕੀ ਕਰਨਾ ਹੈ। ਇਸ ਐਪੀਸੋਡ ਵਿੱਚ ਮੈਂ ਤੁਹਾਨੂੰ 3 ਟ੍ਰਿਕਸ ਦੱਸਾਂਗਾ ਜਿਸ ਨੂੰ ਜਾਣ ਕੇ ਤੁਹਾਨੂੰ ਰਿਸੈਸ਼ਨ ਨਾਲ ਪਿਆਰ ਹੋ ਜਾਵੇਗਾ। ਚਲੋ ਫਿਰ ਸ਼ੁਰੂ ਕਰਦੇ ਹਾਂ। ਵੈਸੇ ਤਾਂ ਰਿਸੈਸ਼ਨ ਵਿੱਚ ਹਰ ਕੋਈ ਡਰਿਆ ਹੁੰਦਾ ਹੈ। ਲੋਕਾਂ ਕੋਲ ਦਾਲ ਰੋਟੀ ਖਰੀਦਣ ਜੋਗੇ ਪੈਸੇ ਵੀ ਨਹੀਂ ਹੁੰਦੇ। ਜ਼ਿਆਦਾਤਰ ਲੋਕ ਆਪਣੀ ਫੈਮਿਲੀ ਦੀਆਂ ਜ਼ਰੂਰੀ ਨੀਡਸ ਪੂਰੀਆਂ ਕਰਨ ਲਈ ਆਪਣੀ ਇਨਵੈਸਟਮੈਂਟ ਤੱਕ ਵੇਚ ਦਿੰਦੇ ਹਨ। ਇਸ ਟਾਈਮ ਇੱਕ ਚੇਨ ਰਿਐਕਸ਼ਨ ਹੋਣ ਲੱਗ ਜਾਂਦਾ ਹੈ। ਮਾਰਕੀਟ ਵਿੱਚ ਸਟਾਕਸ, ਬੌਂਡਸ ਅਤੇ ਰੀਅਲ ਏਸਟੇਟ ਵਰਗੇ ਇਨਵੈਸਟਮੈਂਟਸ ਦੀ ਸਪਲਾਈ ਜ਼ਿਆਦਾ ਅਤੇ ਡਿਮਾਂਡ ਘੱਟ ਹੋਣ ਲੱਗ ਜਾਂਦੀ ਹੈ, ਜਿਸ ਕਾਰਨ ਬਹੁਤ ਸਾਰੀ ਵੈਲਿਊਏਬਲ ਕੰਪਨੀਜ਼ ਦੇ ਸਟਾਕਸ ਸਾਨੂੰ ਸ਼ੋਕਰਾ ਸਾਬਣ ਦੇ ਪ੍ਰਾਈਸ ਜਿੰਨੇ ਮਿਲਣ ਲੱਗ ਜਾਂਦੇ ਹਨ। ਇਸ ਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। COVID-19 ਤੋਂ ਪਹਿਲਾਂ ਟਾਟਾ ਮੋਟਰਸ ਦੇ ਇੱਕ ਸ਼ੇਅਰ ਦਾ ਪ੍ਰਾਈਸ ਸੀ 300 ਰੁਪਏ, ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਘੱਟ ਹੁੰਦਾ ਗਿਆ ਤੇ ਇੱਕ ਸਮੇਂ ਬਾਅਦ ਸ਼ੇਅਰ ਦਾ ਪ੍ਰਾਈਸ 70 ਰੁਪਏ ਤੇ ਆ ਗਿਆ। ਹੁਣ ਇੱਥੇ ਆ ਕੇ ਮੰਨ ਲਓ ਤੁਸੀਂ 7,000 ਰੁਪਏ ਦੇ ਸ਼ੇਅਰਸ ਖਰੀਦ ਲੈਂਦੇ ਹੋ, ਜਿਸ ਦੀ ਵੈਲਿਊ ਅੱਜ ਦੇ ਸਮੇਂ ਵਿੱਚ 60,000 ਰੁਪਏ ਹੋ ਜਾਣੀ ਸੀ, ਕਿਉਂਕਿ ਟਾਟਾ ਮੋਟਰਸ ਦੇ ਇੱਕ ਸ਼ੇਅਰ ਦਾ ਪ੍ਰਾਈਸ ਅੱਜ 600 ਰੁਪਏ ਤੋਂ ਵੀ ਉੱਤੇ ਚੱਲ ਰਿਹਾ ਹੈ। ਇਹ ਤਾਂ ਮੈਂ ਸਿਰਫ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ। ਇਦਾਂ ਦੇ ਕਈ ਸਟਾਕਸ ਹਨ ਜਿਨ੍ਹਾਂ ਨੇ ਕੋਵਿਡ ਤੋਂ ਲੈ ਕੇ ਹੁਣ ਤੱਕ ਇਨਵੈਸਟਰਸ ਦੇ ਪੈਸੇ ਨੂੰ 10 ਗੁਣਾ ਕਰ ਦਿੱਤਾ। ਹੁਣ ਬਹੁਤ ਸਾਰੇ ਵੱਡੇ ਭਰਾ ਕਹਿਣਗੇ ਕਿ ਇਸ ਵਿੱਚ ਤਾਂ ਬਹੁਤ ਹੀ ਰਿਸਕ ਹੈ। ਹਾਂ, ਇਸ ਵਿੱਚ ਰਿਸਕ ਹੈ, ਪਰ ਇਹ ਟ੍ਰੇਡਿੰਗ ਨਹੀਂ, ਇਨਵੈਸਟਿੰਗ ਹੈ ਅਤੇ ਇਨਵੈਸਟਿੰਗ ਟ੍ਰੇਡਿੰਗ ਤੋਂ ਬਹੁਤ ਅਲੱਗ ਹੁੰਦੀ ਹੈ, ਜਿਸ ਬਾਰੇ ਆਪਾਂ ਪਹਿਲਾਂ ਹੀ ਪਿਛਲੇ ਫਾਈਨੈਂਸ਼ੀਅਲ ਐਪੀਸੋਡਸ ਵਿੱਚ ਜਾਣ ਚੁੱਕੇ ਹਾਂ। ਇਨਵੈਸਟਿੰਗ ਵਿੱਚ ਜੇ ਤੁਸੀਂ ਕੰਪਨੀ ਦੀ ਫੰਡਾਮੈਂਟਲ ਵੈਲਿਊ ਚੰਗੀ ਤਰ੍ਹਾਂ ਕੰਸੀਡਰ ਕੀਤੀ ਹੈ, ਚੰਗੇ ਸਟਾਕਸ ਲਏ ਹਨ, ਬਲੂ ਚਿਪ ਸਟਾਕਸ, ਨਿਫਟੀ 50 ਸਟਾਕਸ ਵਿੱਚ ਇਨਵੈਸਟ ਕੀਤਾ ਹੈ, ਤਾਂ ਬਹੁਤ ਘੱਟ ਚਾਂਸ ਹੁੰਦੇ ਹਨ ਕਿ ਤੁਹਾਡੇ ਪੈਸੇ ਤੁਹਾਨੂੰ ਵਾਪਸ ਨਹੀਂ ਮਿਲਣਗੇ। ਸਟਾਕ ਮਾਰਕੀਟ ਵਿੱਚ ਇਨਵੈਸਟਿੰਗ ਸ਼ੁਰੂ ਕਰਨ ਲਈ ਤੁਹਾਡੇ ਕੋਲ 2 ਆਪਸ਼ਨਸ ਹੁੰਦੀਆਂ ਹਨ। ਜਾਂ ਤਾਂ ਤੁਸੀਂ ਆਪਣੇ ਆਪ ਕਿਸੇ ਕੰਪਨੀ ਵਿੱਚ ਡਾਇਰੈਕਟਲੀ ਇਨਵੈਸਟ ਕਰਦੇ ਹੋ ਜਿਵੇਂ ਟਾਟਾ ਮੋਟਰਸ, ਜਾਂ ਫਿਰ ਤੁਸੀਂ ਕੋਈ ਸਰਵਿਸ ਖਰੀਦਦੇ ਹੋ ਜਿਵੇਂ ਮਿਊਚੁਅਲ ਫੰਡਸ ਅਤੇ ਸਮਾਲ ਕੇਸ, ਜਿਸ ਵਿੱਚ ਐਕਸਪਰਟਸ ਆਪਣਾ ਐਨਾਲਿਸਿਸ ਕਰਕੇ ਤੁਹਾਡੇ ਪੈਸੇ ਨੂੰ ਗਰੁੱਪ ਆਫ ਕੰਪਨੀਜ਼ ਵਿੱਚ ਇਨਵੈਸਟ ਕਰ ਦਿੰਦੇ ਹਨ, ਜਿਸ ਦੇ ਬਦਲੇ ਉਹ ਤੁਹਾਡੇ
ਤੁਹਾਡੇ ਕੋਲੋਂ ਕਮਿਸ਼ਨ ਲੈਂਦੇ ਹਨ। ਇਹ ਟੋਟਲੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਕੰਫਰਟੇਬਲ ਫੀਲ ਕਰਦੇ ਹੋ। ਪਰ ਮੈਂ ਤੁਹਾਨੂੰ ਡਾਇਰੈਕਟ ਸਟਾਕਸ ਵਿੱਚ ਇਨਵੈਸਟ ਕਰਨ ਦੀ ਸਲਾਹ ਦੇਵਾਂਗਾ, ਜਿਸ ਨਾਲ ਤੁਸੀਂ ਮਿਊਚੁਅਲ ਫੰਡਸ ਵਿੱਚ ਲੱਗਣ ਵਾਲੇ ਹਾਈ ਚਾਰਜਸ ਨੂੰ ਬਚਾ ਕੇ ਇਨਵੈਸਟ ਕਰ ਸਕਦੇ ਹੋ। ਰਹੀ ਗੱਲ ਬੈਸਟ ਸਟਾਕਸ ਨੂੰ ਚੂਜ਼ ਕਰਨ ਦੀ, ਤਾਂ ਇਨਵੈਸਟਰ ਪੰਜਾਬ ਤੁਹਾਨੂੰ ਸਿਖਾ ਦੇਵੇਗਾ। ਗੱਲ ਕਰ ਰਹੇ ਸੀ ਰਿਸੈਸ਼ਨ ਦੀ। ਰਿਸੈਸ਼ਨ ਦੇ ਕਿਸੇ ਵੀ ਇਕਨੋਮੀ ਤੇ ਬਹੁਤ ਸਾਰੇ ਮਾੜੇ ਪ੍ਰਭਾਵ ਪੈਂਦੇ ਨੇ। ਇਹਨਾਂ ਮਾੜੇ ਪ੍ਰਭਾਵਾਂ ਨੂੰ ਅਸੀਂ 3 ਕੈਟੇਗਰੀਜ਼ ਵਿੱਚ ਡਿਵਾਈਡ ਕਰ ਸਕਦੇ ਹਾਂ: ਲੋ ਅਰਨਿੰਗਸ, ਡਿਕਲਾਈਨ ਇਨ ਪ੍ਰੋਡਕਟ ਵੈਲਿਊ ਐਂਡ ਲੇ-ਆਫਸ। ਕਿਸੇ ਵੀ ਦੇਸ਼ ਵਿੱਚ GDP ਘੱਟ ਹੋਣ ਦਾ ਮਤਲਬ ਹੈ ਕਿ ਉੱਥੋਂ ਦੇ ਕੰਪਨੀਆਂ ਘੱਟ ਗਰੋ ਕਰ ਰਹੀਆਂ ਹਨ, ਮਤਲਬ ਲੋ ਸੇਲਸ ਐਂਡ ਲੋ ਪ੍ਰੋਫਿਟੇਬਿਲਿਟੀ। ਅਤੇ ਲੋ ਪ੍ਰੋਫਿਟੇਬਿਲਿਟੀ ਦੇ ਕਰਕੇ ਕੰਪਨੀਆਂ ਇੰਪਲੋਈਜ਼ ਨੂੰ ਘੱਟ ਸੈਲਰੀ ਪੇ ਕਰਦੀਆਂ ਹਨ। ਜਿਵੇਂ ਪੰਜਾਬੀ ਸਟੂਡੈਂਟਸ ਕੈਨੇਡਾ ਵਿੱਚ ਮਿਨੀਮਮ ਵੇਜ ਤੋਂ ਵੀ ਘੱਟ ਸੈਲਰੀ ਤੇ ਪਾਰਟ ਟਾਈਮ ਜੌਬ ਕਰ ਰਹੇ ਨੇ, ਜਿਸ ਨਾਲ ਪੈਂਦਾ ਹੈ ਅਗਲਾ ਇਫੈਕਟ, ਡਿਕਲਾਈਨ ਇਨ ਪ੍ਰੋਡਕਟ ਵੈਲਿਊ। ਕਿਉਂਕਿ ਜੇ ਇੰਪਲੋਈਜ਼ ਕੋਲ ਘੱਟ ਪੈਸੇ ਹੋਣਗੇ ਤਾਂ ਉਹ ਜ਼ਿਆਦਾ ਚੀਜ਼ਾਂ ਨਹੀਂ ਖਰੀਦ ਸਕਣਗੇ। ਜਿਵੇਂ ਕੈਨੇਡਾ ਵਿੱਚ ਸਟੂਡੈਂਟਸ ਦੇ ਮਸਾਂ ਖਰਚੇ ਹੀ ਪੂਰੇ ਹੋ ਰਹੇ ਹਨ, ਜਿਸ ਨਾਲ ਪ੍ਰੋਡਕਟ ਦੀ ਡਿਮਾਂਡ, ਵੈਲਿਊ ਅਤੇ ਪ੍ਰਾਈਸਿਸ ਘੱਟ ਹੋ ਜਾਣਗੇ, ਜਿਸ ਨਾਲ ਕੰਪਨੀ ਦੀਆਂ ਸੇਲਸ ਹੋਰ ਘੱਟ ਹੋ ਜਾਣਗੀਆਂ ਅਤੇ ਕੰਪਨੀਆਂ ਲਾਸ ਵਿੱਚ ਜਾਣ ਲੱਗ ਜਾਣਗੀਆਂ। ਹੁਣ ਕੰਪਨੀਆਂ ਆਪਣੇ ਸਰਵਾਈਵਲ ਲਈ ਇੰਪਲੋਈਜ਼ ਨੂੰ ਜੌਬ ਤੋਂ ਹਟਾ ਦੇਣਗੀਆਂ, ਜਿਸ ਤਰ੍ਹਾਂ ਇਸ ਟਾਈਮ ਆਪਣੇ ਪੰਜਾਬੀ ਸਟੂਡੈਂਟਸ ਨਾਲ ਕੈਨੇਡਾ ਵਿੱਚ ਹੋ ਰਿਹਾ ਹੈ। ਸਟੂਡੈਂਟਸ ਨੂੰ ਬਿਲਕੁਲ ਕੰਮ ਨਹੀਂ ਮਿਲ ਰਿਹਾ। ਕੋਵਿਡ ਦੇ ਕਾਰਨ ਪਿਛਲੇ ਸਾਲ ਅਮਰੀਕਨ ਟੈਕ ਕੰਪਨੀਆਂ ਜਿਵੇਂ ਗੂਗਲ, ਮੇਟਾ ਅਤੇ ਐਮਾਜ਼ੋਨ ਨੇ 1,04,000 ਇੰਪਲੋਈਜ਼ ਨੂੰ ਫਾਇਰ ਕਰ ਦਿੱਤਾ ਸੀ। ਇਸ ਦੌਰਾਨ ਇੱਕ ਹੋਰ ਇੰਟਰਸਟਿੰਗ ਚੀਜ਼ ਹੁੰਦੀ ਹੈ, ਜਦੋਂ ਰਿਸੈਸ਼ਨ ਅਤੇ ਮੈਸਿਵ ਲੇ-ਆਫਸ ਹੁੰਦੇ ਨੇ ਤਾਂ ਉਸ ਦਾ ਕੰਬਾਈਨ ਇਫੈਕਟ ਇਨਫਲੇਸ਼ਨ ਤੇ ਪੈਂਦਾ ਹੈ। ਇਸ ਨੂੰ ਵੀ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਨਾਲ ਸਮਝਾਉਂਦਾ ਹਾਂ। 1990 ਵਿੱਚ ਜ਼ਿੰਬਾਬਵੇ ਗਵਰਨਮੈਂਟ ਨੇ ਨਵੇਂ ਲੈਂਡ ਰਿਫਾਰਮਸ ਲਿਆਂਦੇ, ਜਿਸ ਵਿੱਚ ਫਾਰਮਿੰਗ ਲੈਂਡਸ ਨੂੰ ਵਾਈਟ ਫਾਰਮਰਸ ਅਤੇ ਬਲੈਕ ਫਾਰਮਰਸ ਵਿੱਚ ਵੰਡ ਦਿੱਤਾ। ਪਰ ਇਹਨਾਂ ਨਵੇਂ ਫਾਰਮਰਸ ਨੂੰ ਐਕਸਪੀਰੀਅੰਸ ਨਾ ਹੋਣ ਕਰਕੇ ਉਹ ਫਾਰਮਿੰਗ ਵਿੱਚ ਕਾਫੀ ਸਟਰਗਲ ਕਰਨ ਲੱਗੇ, ਜਿਸ ਨਾਲ ਜ਼ਿੰਬਾਬਵੇ ਦੇ ਓਵਰਆਲ ਐਗਰੀਕਲਚਰ ਪ੍ਰੋਡਕਸ਼ਨ ਤੇ ਮਾੜਾ ਅਸਰ ਪਿਆ। ਉਹਨਾਂ ਦੀਆਂ ਐਕਸਪੋਰਟ ਅਰਨਿੰਗਸ ਘੱਟ ਹੋ ਗਈਆਂ ਅਤੇ ਦੇਸ਼ ਹਾਈ ਨੈਸ਼ਨਲ ਡੈਬਟ ਵਿੱਚ ਚਲਾ ਗਿਆ, ਜਿਸ ਨਾਲ ਜ਼ਿੰਬਾਬਵੇ ਵਿੱਚ ਰਿਸੈਸ਼ਨ ਆ ਗਿਆ। ਪਰ ਇਸ ਮੁਸੀਬਤ ਨੂੰ ਦੂਰ ਕਰਨ ਲਈ ਸਰਕਾਰ ਨੇ ਬਹੁਤ ਸਾਰੇ ਨਵੇਂ ਨੋਟ ਛਾਪ ਦਿੱਤੇ। ਉਹਨਾਂ ਨੂੰ ਲੱਗਿਆ ਨਵੇਂ ਨੋਟ ਛਾਪ ਲਓ, ਪ੍ਰੋਬਲਮ ਖਤਮ ਹੋ ਜਾਵੇਗੀ। ਹੁਣ ਤੁਸੀਂ ਆਖੋਗੇ ਕਿ ਠੀਕ ਹੀ ਤਾਂ ਹੈ, ਇਸ ਨਾਲ ਗਰੀਬੀ ਖਤਮ ਹੋ ਜਾਵੇਗੀ। ਪਰ ਹੋਇਆ ਇਸ ਦਾ ਉਲਟ। ਲੋਕਾਂ ਕੋਲ ਸਪੈਂਡ ਕਰਨ ਲਈ ਪੈਸਾ ਤਾਂ ਹੈਗਾ ਸੀ, ਪਰ ਗੁਡਸ ਦਾ ਆਊਟਪੁੱਟ ਘੱਟ ਹੋਣ ਕਰਕੇ ਗੁਡਸ ਦੀ ਸ਼ਾਰਟੇਜ ਹੋ ਗਈ। ਮਤਲਬ ਗੁਡਸ ਦੀ ਡਿਮਾਂਡ ਜ਼ਿਆਦਾ ਹੈ ਪਰ ਸਪਲਾਈ ਬਹੁਤ ਘੱਟ, ਜਿਸ ਨਾਲ ਉਹਨਾਂ ਲਿਮਿਟਿਡ ਗੁਡਸ ਦਾ ਪ੍ਰਾਈਸ ਵੱਧ ਗਿਆ ਅਤੇ ਘਰ ਦਾ ਸੜਿਆ ਬਣ ਗਿਆ, ਵਣ ਨੂੰ ਲੱਗੀ ਅੱਗ। ਕਹਿਣ ਤੋਂ ਭਾਵ ਜ਼ਿੰਬਾਬਵੇ ਰਿਸੈਸ਼ਨ ਵਿੱਚੋਂ ਨਿਕਲਣ ਦੀ ਬਜਾਏ ਇਨਫਲੇਸ਼ਨ ਦਾ ਸ਼ਿਕਾਰ ਹੋ ਗਿਆ। ਰਿਸੈਸ਼ਨ ਅਤੇ ਇਨਫਲੇਸ਼ਨ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਰਿਸੈਸ਼ਨ ਭਾਵੇਂ ਇੱਕ ਕੰਟਰੀ ਨੂੰ ਇਨਫਲੇਸ਼ਨ ਫੇਸ ਕਰਵਾਉਂਦਾ ਹੈ, ਪਰ ਜੇ ਕੰਟਰੀ ਇਸੇ ਇਨਫਲੇਸ਼ਨ ਦਾ ਫਾਇਦਾ ਲੈਣਾ ਜਾਣਦੀ ਹੈ ਤਾਂ ਇਹੀ ਇਨਫਲੇਸ਼ਨ ਉਸ ਨੂੰ ਰਿਸੈਸ਼ਨ ਤੋਂ ਬਾਹਰ ਵੀ ਕੱਢਦਾ ਹੈ। ਰਿਸੈਸ਼ਨ ਵਾਂਗੂ ਇਨਫਲੇਸ਼ਨ ਦੇ ਵੀ 3 ਮੇਜਰ ਇਫੈਕਟ ਹੁੰਦੇ ਹਨ: ਹਾਈ ਪ੍ਰਾਈਸਿਸ, ਟੂ ਮੈਨੀ ਜੌਬਸ ਐਂਡ ਹਾਈ ਅਰਨਿੰਗਸ। ਇਹੋ ਕਾਰਨ ਸੀ ਜਿੱਥੇ ਕੋਵਿਡ ਦੇ ਦੌਰਾਨ ਪੂਰੀ ਦੁਨੀਆ ਹਾਈ ਕਰ ਰਹੀ ਸੀ, ਉੱਥੇ ਹੀ ਇਨਫਲੇਸ਼ਨ ਦਾ ਫਾਇਦਾ ਲੈ ਕੇ ਬਹੁਤ ਸਾਰੇ ਵੱਡੇ ਇਨਵੈਸਟਰਸ ਨੇ ਰਾਈਟ ਟਾਈਮ ਤੇ ਰਾਈਟ ਪਲੇਸ ਦੇ ਟ੍ਰਿਕ ਨੂੰ ਯੂਜ਼ ਕਰਕੇ ਅਰਾਊਂਡ $637 ਬਿਲੀਅਨ ਕਮਾਏ। ਕਿਉਂਕਿ ਮਾਰਕੀਟ ਕ੍ਰੈਸ਼ ਦੇ ਕਾਰਨ ਉਹਨਾਂ ਨੂੰ ਚੰਗੇ ਸਟਾਕਸ ਡਿਸਕਾਊਂਟ ਵਿੱਚ ਮਿਲ ਗਏ। ਜੈਫ ਬੇਜ਼ੋਸ ਨੇ ਸਿਰਫ 3 ਮਹੀਨਿਆਂ ਵਿੱਚ ਹੀ $48 ਬਿਲੀਅਨ ਆਪਣੀ ਨੈਟਵਰਥ ਵਿੱਚ ਐਡ ਕੀਤੇ ਅਤੇ ਇੰਡੀਆ ਦੇ ਰਿਚੈਸਟ ਪਰਸਨ ਗੌਤਮ ਅਡਾਨੀ ਨੇ $42 ਬਿਲੀਅਨ ਕਮਾਏ। ਪਰ ਇਕੱਲਾ ਕੋਵਿਡ ਹੀ ਅਜਿਹਾ ਟਾਈਮ ਨਹੀਂ ਸੀ ਜਦੋਂ ਇਨਵੈਸਟਰਸ ਨੇ ਮਾਰਕੀਟ ਕ੍ਰੈਸ਼ ਵਿੱਚ ਪੈਸੇ ਕਮਾਏ, ਬਲਕਿ 2007 ਵਿੱਚ US ਹਾਊਸਿੰਗ ਕ੍ਰਾਈਸਿਸ ਵਿੱਚ ਵੀ ਐਵੇਂ ਹੋਇਆ ਸੀ, ਜਦੋਂ ਘਰਾਂ ਦੀ ਬਹੁਤ ਜ਼ਿਆਦਾ ਡਿਮਾਂਡ ਕਾਰਨ ਹਾਊਸ ਪ੍ਰਾਪਰਟੀ ਦੇ ਪ੍ਰਾਈਸਿਸ ਅਸੀਮਤ ਵੱਧ ਗਏ ਸਨ। ਇੱਕ ਸਮਾਂ ਇੱਦਾਂ ਆਇਆ ਸੀ ਕਿ ਰੀਅਲ ਏਸਟੇਟ ਸੈਕਟਰ ਵਿੱਚ ਘਰ ਤਾਂ ਬਹੁਤ ਬਣ ਗਏ ਸੀ, ਪਰ ਉਹਨਾਂ ਘਰਾਂ ਨੂੰ ਅਫੋਰਡ ਕਰਨ ਵਾਲਾ ਕੋਈ ਨਹੀਂ ਸੀ। ਉਸ ਟਾਈਮ ਹਾਊਸਿੰਗ ਪ੍ਰਾਪਰਟੀ 25% ਕਰੈਸ਼ ਹੋਣ ਕਾਰਨ ਇਕਨੋਮੀ ਹੀ ਡਿਕਲਾਈਨ ਹੋਣ ਲੱਗ ਪਈ। ਇਸੇ ਡਿਕਲਾਈਨ ਪ੍ਰਾਪਰਟੀ ਨੇ US ਦੇ ਇਨਵੈਸਟਰਸ ਨੂੰ ਮਿਲੀਅਨਰੀ ਐਂਡ ਬਿਲੀਅਨਰੀ ਬਣਾ ਦਿੱਤਾ। ਇੱਦਾਂ ਇਸ ਲਈ ਹੋਇਆ ਕਿਉਂਕਿ ਸਰਕਾਰ ਨੇ $700 ਬਿਲੀਅਨ ਹਾਊਸ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਇਸ ਨੂੰ ਸਟੇਬਲ ਕਰ ਦਿੱਤਾ ਸੀ। ਮਤਲਬ ਜੇ ਤੁਸੀਂ USA ਦੀ ਡੁੱਬਦੀ ਇਕਨੋਮੀ ਵਿੱਚ $1000 ਲਗਾਉਂਦੇ ਤਾਂ ਤੁਹਾਨੂੰ 4 ਗੁਣਾ ਰਿਟਰਨ ਮਿਲਦਾ, ਮਤਲਬ ਤੁਹਾਡੇ ਕੋਲ $4000 ਤੋਂ ਵੀ ਜ਼ਿਆਦਾ ਹੋ ਜਾਣੇ ਸੀ। ਇਹ ਸੀ ਪੈਸੇ ਕਮਾਉਣ ਦਾ ਪਹਿਲਾ ਤਰੀਕਾ, ਜਿਸ ਨਾਲ ਤੁਸੀਂ ਜਲਦੀ ਅਮੀਰ ਬਣ ਸਕਦੇ ਹੋ। ਇੱਕ ਫਾਈਨੈਂਸ਼ੀਅਲ ਐਪੀਸੋਡ ਨੂੰ ਬਣਾਉਣ ਅਤੇ ਕਰੰਟ ਡੇਟਾ ਇਕੱਠਾ ਕਰਨ ਵਿੱਚ ਬਹੁਤ ਟਾਈਮ ਲੱਗਦਾ ਹੈ। ਜੇ ਤੁਹਾਨੂੰ ਸਟਾਕ ਮਾਰਕੀਟ ਬਾਰੇ ਨਵੀਂ ਜਾਣਕਾਰੀ ਮਿਲੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਇਸ ਨਾਲ ਸਾਡਾ ਵੀ ਹੌਸਲਾ ਵਧੇਗਾ। ਜਿਨ੍ਹਾਂ ਦੇ ਮਨ ਵਿੱਚ ਸਟਾਕ ਮਾਰਕੀਟ ਬਾਰੇ ਫਾਲਤੂ ਦਾ ਡਰ ਭਰਿਆ ਹੋਇਆ ਹੈ, ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ। ਹੁਣ ਜਾਣਦੇ ਹਾਂ ਦੂਸਰੇ ਤਰੀਕੇ ਬਾਰੇ, ਜਿਸ ਵਿੱਚ ਥੋੜਾ ਟਵਿਸਟ ਹੈ। ਹੋਲਡ ਕੈਸ਼, ਡੋਂਟ ਇਨਵੈਸਟ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਵੱਡੇ ਇਨਵੈਸਟਰ ਵੀਰ ਕਹਿਣਗੇ ਕਿ ਇਨਵੈਸਟਰ ਪੰਜਾਬ, ਵੈਸੇ ਤਾਂ ਤੁਸੀਂ ਹਰ ਵੀਡੀਓ ਵਿੱਚ ਇਨਵੈਸਟ ਕਰਨ ਬਾਰੇ ਹੀ ਬੋਲਦੇ ਰਹਿੰਦੇ ਹੋ, ਪਰ ਆਹ ਕੀ ਕਹਿ ਦਿੱਤਾ? ਆਪਣੇ ਕੋਲ ਕੈਸ਼ ਰੱਖਣ ਦੇ ਪਿੱਛੇ ਰੀਜ਼ਨ ਹੈ ਕਿ ਤੁਸੀਂ ਇਨਵੈਸਟ ਕਰਨ ਲਈ ਸਹੀ ਸਮਾਂ ਆਉਣ ਤੱਕ ਵੇਟ ਕਰੋ। ਇਹ ਗੱਲ ਮੈਂ ਨਹੀਂ, ਦੁਨੀਆ ਦੇ ਰਿਚੈਸਟ ਇਨਵੈਸਟਰ ਵਾਰਨ ਬਫਟ ਆਪ ਖੁਦ ਕਹਿ ਰਹੇ ਹਨ। ਕੈਸ਼ ਨੂੰ ਹੋਲਡ ਕਰਨ ਦੇ 2 ਰੀਜ਼ਨ ਹਨ।
ਪਹਿਲਾ, ਡੁੱਬਦੀ ਹੋਈ ਇਕਨੋਮੀ ਵਿੱਚ ਤੁਹਾਨੂੰ ਸੇਫਟੀ ਪ੍ਰੋਵਾਈਡ ਕਰਨ ਲਈ, ਅਤੇ ਦੂਸਰਾ, ਜਦੋਂ ਰਿਸੈਸ਼ਨ ਦੇ ਪੀਕ ਤੇ ਸਾਰੀਆਂ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਹਨ ਤਾਂ ਹਜ਼ਾਰਾਂ ਸਟਾਕਸ ਨੂੰ ਸਹੇਲੀ ਸਾਬਣ ਦੇ ਦਾਮ ਤੇ ਖਰੀਦਣ ਲਈ। ਰਿਸੈਸ਼ਨ ਦੇ ਸਮੇਂ ਵਿੱਚ ਕੈਸ਼ ਸਭ ਤੋਂ ਵਧੀਆ ਐਸਟ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ 2018 ਵਿੱਚ ਬੈਸਟ ਪਰਫਾਰਮਿੰਗ ਐਸਟ ਦਾ ਪੁਰਸਕਾਰ ਮਿਲ ਚੁੱਕਾ ਹੈ, ਪਰ ਜ਼ਿਆਦਾਤਰ ਲੋਕ ਇਸ ਨੂੰ ਸਮਝਦੇ ਹੀ ਨਹੀਂ ਹਨ। ਚਾਈਨਾ ਦੀ ਵੱਡੀ ਵੱਡੀ ਰੀਅਲ ਏਸਟੇਟ ਕੰਪਨੀਆਂ ਨੇ ਵੀ ਇਸ ਗੱਲ ਨੂੰ ਨਹੀਂ ਸਮਝਿਆ ਅਤੇ ਇਸੇ ਲਈ ਪੂਰੇ ਚਾਈਨਾ ਦੀ ਰੀਅਲ ਏਸਟੇਟ ਮਾਰਕੀਟ ਠੱਪ ਹੋ ਗਈ ਹੈ। ਅੱਜ ਚਾਈਨਾ ਦੀ ਇਕਨੋਮਿਕ ਹੈਲਥ ਬਹੁਤ ਹੀ ਖਰਾਬ ਹੋ ਚੁੱਕੀ ਹੈ, ਜਿਸ ਦਾ ਸਿੱਧਾ ਫਾਇਦਾ ਇੰਡੀਅਨ ਇਕਨੋਮੀ ਨੂੰ ਹੋ ਰਿਹਾ ਹੈ। ਦੁਨੀਆ ਭਰ ਦੀਆਂ ਲੀਡਿੰਗ ਕੰਪਨੀਆਂ ਜਿਵੇਂ ਐਪਲ, ਸੈਮਸੰਗ, ਗੂਗਲ ਐਂਡ ਟੈਸਲਾ, ਹਰ ਕੋਈ ਆਪਣੇ ਬਿਜ਼ਨਸ ਨੂੰ ਚਾਈਨਾ ਤੋਂ ਇੰਡੀਆ ਵਿੱਚ ਸ਼ਿਫਟ ਕਰ ਰਿਹਾ ਹੈ। ਪਿਛਲੇ 1 ਮਹੀਨੇ ਵਿੱਚ ਫੋਰਨ ਇੰਸਟੀਟਿਊਸ਼ਨਲ ਇਨਵੈਸਟਰਸ ਨੇ $12 ਬਿਲੀਅਨ ਦੇ ਚਾਈਨੀਜ਼ ਸਟਾਕਸ ਵੇਚ ਦਿੱਤੇ ਅਤੇ ਉਹਨਾਂ $12 ਬਿਲੀਅਨ ਨੂੰ ਹੀ ਹੌਲੀ-ਹੌਲੀ ਇੰਡੀਅਨ ਸਟਾਕ ਮਾਰਕੀਟ ਵਿੱਚ ਇਨਵੈਸਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇੰਡੀਅਨ ਸਟਾਕ ਮਾਰਕੀਟ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਜੇ ਪਿਛਲੇ 2 ਸਾਲਾਂ ਦੀ ਗੱਲ ਕਰੀਏ ਤਾਂ ਚਾਈਨੀਜ਼ ਸਟਾਕ ਮਾਰਕੀਟ ਨੇ ਆਪਣੇ ਇਨਵੈਸਟਰਸ ਨੂੰ 13% ਦਾ ਨੈਗੇਟਿਵ ਰਿਟਰਨ ਦਿੱਤਾ। ਉਹੀ ਇੰਡੀਅਨ ਸਟਾਕ ਮਾਰਕੀਟ ਨੇ ਇਨਵੈਸਟਰਸ ਨੂੰ 13% ਦਾ ਪੋਜ਼ਿਟਿਵ ਰਿਟਰਨ ਦਿੱਤਾ। ਜੇ ਪਿਛਲੇ 6 ਸਾਲਾਂ ਦੀ ਗੱਲ ਕਰੀਏ ਤਾਂ ਚਾਈਨੀਜ਼ ਸਟਾਕ ਮਾਰਕੀਟ ਨੇ 6% ਦਾ ਨੈਗੇਟਿਵ ਰਿਟਰਨ ਦਿੱਤਾ, ਪਰ ਇੰਡੀਅਨ ਸਟਾਕ ਮਾਰਕੀਟ ਨੇ 72% ਦਾ ਪੋਜ਼ਿਟਿਵ ਰਿਟਰਨ ਦਿੱਤਾ। ਵੀਰੋ, ਡਾਟਾ ਤੁਹਾਡੇ ਸਾਹਮਣੇ ਹੈ। ਆਉਣ ਵਾਲੇ ਸਮੇਂ ਵਿੱਚ ਕੌਣ ਅੱਗੇ ਜਾਵੇਗਾ, ਇੰਡੀਆ ਜਾਂ ਚਾਈਨਾ? ਜੇ ਇੰਡੀਆ ਅੱਗੇ ਵਧਣ ਵਾਲਾ ਹੈ ਤਾਂ ਤੁਸੀਂ ਕਿਸੇ ਦੀ ਵੇਟ ਕਰ ਰਹੇ ਹੋ। ਜਲਦੀ ਤੋਂ ਜਲਦੀ ਇਨਵੈਸਟਮੈਂਟ ਜਰਨੀ ਸ਼ੁਰੂ ਕਰਕੇ ਇੰਡੀਅਨ ਇਕਨੋਮੀ ਗਰੋਥ ਦਾ ਮਜ਼ਾ ਲਓ। ਇਹ ਸੁਨਹਿਰੀ ਮੌਕਾ ਸ਼ਾਇਦ ਅਗਲੇ 10 ਸਾਲਾਂ ਤੱਕ ਦੁਬਾਰਾ ਨਾ ਆਵੇ। ਅੱਜ ਲਈ ਬਸ ਇੰਨਾ ਹੀ। ਮਿਲਦੇ ਹਾਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ। ਕੈਮਰਾਮੈਨ ਸੰਧੂ ਸਾਹਿਬ ਦੇ ਨਾਲ, ਇਨਵੈਸਟਰ ਪੰਜਾਬ, ਅੰਮ੍ਰਿਤਸਰ।